ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅਜੀਤ ਬੁਲੇਟਿਨ ਵਿੱਚ ਨਿੱਘਾ ਸਵਾਗਤ ਤੇ ਹੁਣ ਨਜ਼ਰ ਮਾਰ ਲੈਂਦੇ ਆ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਹਰਿਆਣਾ ਤੇ ਪੰਜਾਬ ਤੋਂ ਬਾਅਦ ਹਿਮਾਚਲ ਨੇ ਵੀ ਜਿਤਾਇਆ ਚੰਡੀਗੜ੍ਹ ਉੱਤੇ ਆਪਣਾ ਹੱਕ। ਤੁਰਕੀ ਭੂਚਾਲ ਮਰਨ ਵਾਲਿਆਂ ਦੀ ਗਿਣਤੀ 1400 ਤੋਂ ਵੱਧ। ਪਰਨੀਤ ਕੌਰ ਨੇ ਕਾਂਗਰਸ ਦੇ ਕਾਰਨ ਦੱਸੋ ਨੋਟਿਸ ਦਾ ਦਿੱਤਾ ਜਵਾਬ। ਰਾਹੁਲ ਗਾਂਧੀ ਨੇ ਕਿਹਾ ਸੰਸਦ ਵਿੱਚ ਅਡਾਨੀ ਉੱਤੇ ਚਰਚਾ ਤੋਂ ਡਰੀ ਸਰਕਾਰ। ਅਡਾਨੀ ਗਰੁੱਪ ਦੇ ਮੁੱਦੇ ਉੱਤੇ ਲੋਕ ਸਭਾ ਵਿੱਚ ਹੰਗਾਮਾ, ਕਾਰਵਾਈ ਦਿਨ ਭਰ ਲਈ ਮੁਲਤਵੀ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਇਸ ਦੇ ਨਾਲ ਹੀ ਕੁਝ ਅਹਿਮ ਖਬਰਾਂ। ਚੰਡੀਗੜ੍ਹ ਵਿੱਚ ਹਿੱਸੇਦਾਰੀ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਵਿਚਾਲੇ ਕਾਫੀ ਸਮੇਂ ਤੋਂ ਸਿਆਸਤ ਚੱਲ ਰਹੀ ਹੈ। ਹੁਣ ਹਿਮਾਚਲ ਵੀ ਇਸ ਦਾਅ ਦੀ ਰਾਜਨੀਤੀ ਵਿੱਚ ਆ ਗਿਆ ਹੈ। ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਦਾਅਵਾ ਕੀਤਾ ਹੈ ਕਿ ਚੰਡੀਗੜ੍ਹ ਸਿਰਫ ਪੰਜਾਬ ਤੇ ਹਰਿਆਣਾ ਦਾ ਨਹੀਂ ਸਗੋਂ ਉਹਨਾਂ ਦਾ ਵੀ ਹੱਕ ਹੈ। उप मुख्यमंत्री मुकेश अग्निहोत्री ने चंडीगढ़ उत्ते 7.19% की अपनी दावेदारी जताई है। चंडीगढ़ में हमारा हिस्सा दिलवाओ। चंडीगढ़ में 7.19% हिस्सा हमारा है। हम उसकी लड़ाई लड़ेंगे। ये सिर्फ चंडीगढ़ पंजाब और हरियाणा का नहीं है और कानूनन और वैधानिक तौर पे हमारा इस पे राइट है। नौकरियां तो ले रहे हैं। नहीं सुनिए, आप सिर्फ प्रशासनिक या नौकरियों में नहीं है, संपत्तियों में भी हमारा राइट है। ये मसला सुप्रीम कोर्ट तक गया है और 7.19% जो हमारा राइट है वो हम क्लेम करेंगे, लीगली भी करेंगे, वैधानिक तौर पे भी करेंगे, पॉलिटिकली भी करेंगे। मैं देख रहा था कि आम आदमी पार्टी के एक मंत्री जी कह रहे थे कि मुकेश अग्निहोत्री नया डिप्टी चीफ मिनिस्टर बना है, तो उनको ऐसी बात नहीं करनी चाहिए। मैं उनको ये बताना चाहता हूं कि आपकी सरकार पहली दफा बनी, मुकेश अग्निहोत्री जो है 25 साल से एमएलए है और लीडर ऑफ अपोजिशन रहा 5 साल, मिनिस्टर भी रहा 5 साल, उससे पहले चीफ पार्लियामेंट्री सेक्रेटरी भी रहा, चेयरमैन भी रहा, हर पोजीशन पे काम कर चुका है और इसलिए मैं उनसे बेहतर तरीके से जानता हूं कि हमारे राइट्स क्या हैं, हमारे अधिकार। मध्य पूर्व के 4 देश तुर्की, सीरिया, लेबनान ਅਤੇ ਇਜ਼ਰਾਈਲ ਅੱਜ ਸਵੇਰੇ ਭੂਚਾਲ ਨਾਲ ਹਿੱਲ ਗਏ। ਸਭ ਤੋਂ ਜ਼ਿਆਦਾ ਤਬਾਹੀ ਭੂਚਾਲ ਦੇ ਕੇਂਦਰ ਤੁਰਕੀ ਅਤੇ ਇਸ ਦੇ ਨੇੜੇ ਸੀਰੀਆ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲੀ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਾਇਪ ਐਰਦੋਗਨ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਦੇ ਵਿੱਚ ਹੁਣ ਤੱਕ 912 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 5385 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਤੁਰਕੀ ਮੀਡੀਆ ਦੇ ਮੁਤਾਬਕ 2 ਵੱਡੇ ਝਟਕੇ ਆਏ। ਪਹਿਲਾ ਤੁਰਕੀ ਸਮੇਂ ਅਨੁਸਾਰ ਸਵੇਰੇ 4 ਵਜੇ ਅਤੇ ਦੂਸਰਾ ਸਵੇਰੇ 10 ਵਜੇ ਦੇ ਆਸ-ਪਾਸ। ਦੂਜੇ ਦੀ ਤੀਬਰਤਾ 7.6 ਮੰਨੀ ਗਈ ਸੀ। ਸੀਰੀਆ ਦੇ ਵਿੱਚ 582 ਲੋਕ ਮਾਰੇ ਗਏ ਅਤੇ 1500 ਤੋਂ ਵੱਧ ਲੋਕ ਜ਼ਖਮੀ ਹੋ ਗਏ, ਜਦਕਿ ਸੀਰੀਆ ਦੇ ਵਿੱਚ ਸਰਕਾਰ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ 371 ਅਤੇ ਬਾਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ 211 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੋਵਾਂ ਦੇਸ਼ਾਂ ਦੇ ਵਿੱਚ ਕੁੱਲ ਮਰਨ ਵਾਲਿਆਂ ਦੀ ਗਿਣਤੀ 1400 ਨੂੰ ਪਾਰ ਕਰ ਗਈ ਹੈ। ਭੂਚਾਲ ਦਾ ਕੇਂਦਰ ਤੁਰਕੀ ਦਾ ਸ਼ਹਿਰ ਗਾਜ਼ੀਅਨਟੇਪ ਸੀ ਅਤੇ ਇਹ ਸੀਰੀਆ ਸਰਹੱਦ ਤੋਂ 90 ਕਿਲੋਮੀਟਰ ਦੂਰ ਹੈ। ਇਸ ਕਰਕੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜ਼ਿਆਦਾ ਤਬਾਹੀ ਹੋਈ ਹੈ। ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਅੱਜ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਦੇਣ ਲਈ ਕਾਂਗਰਸ ਪਾਰਟੀ ਉੱਤੇ ਪਲਟਵਾਰ ਕੀਤਾ ਹੈ। ਕਾਂਗਰਸ ਦੇ ਅਨੁਸ਼ਾਸਨੀ ਐਕਸ਼ਨ ਕਮੇਟੀ ਦੇ ਮੈਂਬਰ ਸਕੱਤਰ ਤਾਰਿਕ ਅਨਵਰ ਨੂੰ ਲਿਖੇ ਆਪਣੇ ਪੱਤਰ ਵਿੱਚ ਪਟਿਆਲਾ ਦੇ ਸੰਸਦ ਮੈਂਬਰ ਨੇ ਕਿਹਾ, ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਇੱਕ ਵਿਅਕਤੀ ਜਿਸ ਨੇ ਸ਼੍ਰੀਮਤੀ ਗਾਂਧੀ ਦੇ ਵਿਦੇਸ਼ੀ ਨਾਗਰਿਕ ਹੋਣ ਦੇ ਮੁੱਦੇ ਉੱਤੇ 1999 ਵਿੱਚ ਕਾਂਗਰਸ ਪਾਰਟੀ ਛੱਡ ਦਿੱਤੀ ਸੀ ਤੇ 20 ਸਾਲ 2019 ਤੱਕ ਪਾਰਟੀ ਤੋਂ ਬਾਹਰ ਰਿਹਾ ਸੀ ਅਤੇ ਜਿਸ ਨੂੰ ਖੁਦ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ, ਹੁਣ ਇੱਕ ਅਖੌਤੀ ਅਨੁਸ਼ਾਸਨੀ ਮਾਮਲੇ ਉੱਤੇ ਮੇਰੇ ਉੱਤੇ ਸਵਾਲ ਕਰ ਰਿਹਾ ਹੈ। ਪਟਿਆਲਾ ਦੇ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਲਈ ਕੰਮ ਕਰਨਾ ਜਾਰੀ ਰੱਖਣਗੇ। ਮੈਂ ਹਮੇਸ਼ਾ ਆਪਣੇ ਹਲਕਾ ਵਾਸੀਆਂ ਅਤੇ ਆਪਣੇ ਰਾਜ ਪੰਜਾਬ ਦੇ ਨਾਲ ਖੜੀ ਹਾਂ ਅਤੇ ਉਹਨਾਂ ਦੇ ਮੁੱਦੇ ਉਠਾਏ ਹਨ। ਚਾਹੇ ਕੋਈ ਵੀ ਸਰਕਾਰ ਸੱਤਾ ਵਿੱਚ ਹੋਵੇ। ਉੱਥੇ ਹੀ ਪਰਨੀਤ ਕੌਰ ਵੱਲੋਂ ਨੋਟਿਸ ਉੱਤੇ ਦਿੱਤੇ ਜਵਾਬ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਨੈਤਿਕ ਤੌਰ ਉੱਤੇ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ।
ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਅਡਾਨੀ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ। ਦਿੱਲੀ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ ਹੈ ਕਿ ਮੈਂ ਲੰਬੇ ਸਮੇਂ ਤੋਂ ਸਰਕਾਰ ਬਾਰੇ ਬੋਲ ਰਿਹਾ ਹਾਂ ਕਿ ਹਮ ਦੋ ਹਮਾਰੇ ਦੋ। ਸਰਕਾਰ ਨੂੰ ਡਰ ਹੈ ਕਿ ਅਡਾਨੀ ਜੀ ਬਾਰੇ ਸੰਸਦ ਵਿੱਚ ਚਰਚਾ ਨਾ ਹੋ ਜਾਵੇ। ਸਰਕਾਰ ਨੂੰ ਇਸ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ। ਤੁਸੀਂ ਲੋਕ ਜਾਣਦੇ ਹੋ ਕਿ ਇਸ ਉੱਤੇ ਚਰਚਾ ਕਿਉਂ ਨਹੀਂ ਹੋਣੀ ਚਾਹੀਦੀ। ਮੈਂ ਇਸ ਮੁੱਦੇ ਨੂੰ 2-3 ਸਾਲਾਂ ਤੋਂ ਉਠਾ ਰਿਹਾ ਹਾਂ। ਕਾਂਗਰਸ ਨੇਤਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਉੱਤੇ ਚਰਚਾ ਹੋਣੀ ਚਾਹੀਦੀ ਹੈ ਅਤੇ ਸਭ ਕੁਝ ਸਪਸ਼ਟ ਹੋਣਾ ਚਾਹੀਦਾ ਹੈ। ਲੱਖਾਂ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਹੋਇਆ ਹੈ। ਭਾਰਤ ਦੇ ਬੁਨਿਆਦੀ ਢਾਂਚੇ ਉੱਤੇ ਕੀਤੇ ਗਏ ਕਬਜ਼ੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੇਸ਼ ਨੂੰ ਅਡਾਨੀ ਜੀ ਦੇ ਪਿੱਛੇ ਦੀ ਤਾਕਤ ਦਾ ਵੀ ਪਤਾ ਹੋਣਾ ਚਾਹੀਦਾ ਹੈ। सरकार नहीं चाहती और सरकार डरी हुई है कि पार्लियामेंट में अडानी जी के बारे में डिस्कशन हो जाए, मगर सरकार को डिस्कशन अलाउ करना चाहिए। आप देखना पूरी कोशिश होगी, और ये सरकार नहीं, मोदी जी पूरी कोशिश करेंगे कि पार्लियामेंट में अडानी जी का डिस्कशन ना हो जाए। उसका कारण आप जानते हैं, तो पूरी कोशिश होगी कि अडानी जी पर डिस्कशन ना हो। मैं अब 2-3 साल से ये मुद्दा उठा रहा हूँ और मैं चाहता हूँ कि इस पे डिस्कशन हो और दूध का दूध पानी का पानी हो जाए। जो लाखों करोड़ रुपए का भ्रष्टाचार हुआ है, जो हिंदुस्तान का इंफ्रास्ट्रक्चर कैप्चर किया गया है, उसके बारे में डिस्कशन हो, और अडानी जी के पीछे कौन सी शक्ति है वो भी देश को पता लग जाए। ਅਡਾਨੀ ਸਮੂਹ ਨਾਲ ਜੁੜੇ ਮੁੱਦੇ ਉੱਤੇ ਸਦਨ ਵਿੱਚ ਚਰਚਾ ਅਤੇ ਸਾਂਝੀ ਸੰਸਦੀ ਕਮੇਟੀ JPC ਦੇ ਗਠਨ ਦੀ ਮੰਗ ਨੂੰ ਲੈ ਕੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਵਿੱਚ ਅੱਜ ਲਗਾਤਾਰ ਤੀਜੇ ਦਿਨ ਵੀ ਕੰਮਕਾਜ ਨਾ ਹੋ ਸਕਿਆ। ਸਦਨ ਵਿੱਚ ਅੱਜ ਵੀ ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਅਡਾਨੀ ਸਮੂਹ ਉੱਤੇ ਹਿਡਨਬਰਗ ਰਿਸਰਚ ਦੀ ਰਿਪੋਰਟ ਅਤੇ ਸ਼ੇਅਰ ਬਾਜ਼ਾਰ ਦੇ ਵਿੱਚ ਇਸ ਨਾਲ ਜੁੜੇ ਘਟਨਾਕ੍ਰਮ ਦੀ ਜਾਂਚ ਕਰਨ ਅਤੇ ਇਸ ਮੁੱਦੇ ਉੱਤੇ ਚਰਚਾ ਕਰਨ ਲਈ JPC ਦੇ ਗਠਨ ਦੀ ਮੰਗ ਕੀਤੀ ਹੈ। ਸੰਸਦ ਦੇ ਵਿੱਚ ਹੰਗਾਮਾ ਹੋਇਆ ਅਤੇ ਸਦਨ ਦੀ ਕਾਰਵਾਈ ਇੱਕ ਵਾਰ ਮੁਲਤਵੀ ਹੋਣ ਤੋਂ ਬਾਅਦ ਵਿੱਚ ਮੰਗਲਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਉੱਥੇ ਹੀ ਦੂਜੇ ਪਾਸੇ ਕਾਂਗਰਸ ਸਣੇ ਕਈ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਅਡਾਨੀ ਗਰੁੱਪ ਖਿਲਾਫ ਹਿਡਨਬਰਗ ਰਿਸਰਚ ਵੱਲੋਂ ਲਾਏ ਗਏ ਦੋਸ਼ਾਂ ਨਾਲ ਜੁੜੇ ਮਾਮਲੇ ਨੂੰ ਲੈ ਕੇ ਸਦਨ ਭਵਨ ਕੰਪਲੈਕਸ ਦੇ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕੀਤਾ। ਕਾਂਗਰਸ ਨੇ ਮੰਗ ਕੀਤੀ ਕਿ ਇਸ ਵਿਸ਼ੇ ਉੱਤੇ ਸਦਨ ਦੇ ਵਿੱਚ ਚਰਚਾ ਹੋਣੀ ਚਾਹੀਦੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ मोदी ਨੂੰ ਇਸ ਮੁੱਦੇ ਉੱਤੇ ਜਵਾਬ ਦੇਣਾ ਚਾਹੀਦਾ ਹੈ। हमारी डिमांड यही है कि 267 की जो नोटिस हमने दी है जी, उस नोटिस पे चर्चा होनी चाहिए जी, और उसमें डिटेल चर्चा करने के लिए हम तैयार हैं जी, क्योंकि ये इशू एक हमारे राष्ट्रपति जी के अभिभाषण से संबंधित नहीं है जी, ये अलग विषय है। इसीलिए हम चाहते हैं कि ये विषय को पहले ले लीजिए और प्रेसिडेंट का जो भाषण है उसके ऊपर हम सभी लोग बोलने को तैयार है, और उनकी जो गरिमा है या जो हमारे पास हमेशा प्रेसिडेंट के स्पीच के लिए जो महत्व देते हैं वो तो हम देते रहेंगे और देंगे। लेकिन पहला हमारा मुद्दा ये है जो आज गड़बड़ी पूरे देश में हो रही है, नेशनली और इंटरनेशनली जो ये सब्जेक्ट आज उठा है, इसके ऊपर मोदी जी जवाब दें। ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਦੇ ਵਿੱਚ ਲੱਗੇ ਕੌਮੀ ਇਨਸਾਫ ਮੋਰਚੇ ਚੋਂ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਬਣਾਇਆ ਤੇ ਕੂਚ ਕਰ ਦਿੱਤਾ। ਸਵੇਰੇ ਅਰਦਾਸ ਹੋਣ ਤੋਂ ਬਾਅਦ ਵਿੱਚ 31 ਮੈਂਬਰਾਂ ਦਾ ਵਫਦ YPF ਚੌਂਕ ਤੋਂ ਚੰਡੀਗੜ੍ਹ ਵਾਸਤੇ ਰਵਾਨਾ ਹੋਇਆ, ਜਿਸ ਤੋਂ ਬਾਅਦ ਵਿੱਚ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ। ਇਸ ਦੌਰਾਨ ਕੁਝ ਆਗੂ ਗ੍ਰਿਫਤਾਰ ਵੀ ਕੀਤੇ ਗਏ। हाँ जी, पहला मुख्यमंत्री जाएगा, 2-4 दिन मुख्यमंत्री जाएगा, फिर राज भवन ही घेरांगे, फिर सही से जत्थे की असीं गिनती ਵਧਾਵਾਂਗੇ। हो सकता 51, 100, 500, 1000 भी हो सकती है।
ਇਹ ਫਿਰ ਜਿੱਦਾਂ ਜਿੱਦਾਂ ਇਹ ਸਰਕਾਰ ਚੱਲੇਗੀ ਉਦਾਂ ਉਦਾਂ ਸਾਡੀ ਆਪਣੇ ਧਰਨੇ ਵਾਲੇ ਬੰਦੇ ਜੋ ਵੀ ਪ੍ਰਬੰਧਕ ਸਾਡੇ ਅਸੀਂ ਰਲ ਮਿਲ ਕੇ ਉੱਥੇ ਹਿਸਾਬ ਨਾਲ ਮੀਟਿੰਗ ਕਰਾਂਗੇ, ਉਸ ਹਿਸਾਬ ਨਾਲ ਚੱਲਾਂਗੇ ਅਸੀਂ। ਸਿਰਫ 31 ਮੈਂਬਰ ਹੀ ਅੱਜ ਮੁੱਖ ਮੰਤਰੀ ਦੇ ਐਸ਼ਵਾਲ ਜਾਣਗੇ ਜਾਂ ਇਸ ਤੋਂ ਇਲਾਵਾ ਹੋਰ ਸੰਗਤ ਨੂੰ ਵੀ ਬੇਨਤੀ ਕੀਤੀ? ਨਹੀਂ, ਬਿਲਕੁਲ ਨਹੀਂ। ਸਿਰਫ 31 ਮੈਂਬਰ ਹੀ ਜਾਣਗੇ। ਉਹ 2 ਘੰਟੇ ਬਹਿਣਗੇ, ਜਾਪ ਕਰਨਗੇ, ਵਾਹਿਗੁਰੂ ਜਾਪ ਕਰਕੇ ਵਾਪਸ ਆ ਜਾਣਗੇ। ਹੋਰ ਕੁਛ ਨਹੀਂ, ਬਹੁਤ ਕਿਸੇ ਨੂੰ ਨਹੀਂ ਕਿਹਾ, ਉਹ ਅੱਗੇ ਸੋਚਾਂਗੇ ਉਹਦੇ ਬਾਰੇ ਕਰੀ। ਪਟਿਆਲਾ ਪੁਲਿਸ ਵੱਲੋਂ ਬੇਹੱਦ ਹਾਈ ਟੈਕ ਕਰੰਸੀ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦੇ 8,40,000 ਰੁਪਏ ਦੀ ਜਾਲੀ ਕਰੰਸੀ ਰਿਕਵਰ ਕੀਤੀ ਗਈ ਹੈ। ਇਸ ਮਾਮਲੇ ਦੇ ਵਿੱਚ 3 ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ, ਜਦਕਿ ਅਜੇ ਇੱਕ ਮੁੱਖ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। ਇਹ ਗਰੋਹ ਬੜੇ ਹੀ ਮਹੀਨ ਤਰੀਕੇ ਨਾਲ ਵਿਦੇਸ਼ ਤੋਂ ਆਨਲਾਈਨ ਮੰਗਵਾਏ ਵਧੀਆ ਕਾਗਜ਼ ਉੱਤੇ ਇਹ ਕਰੰਸੀ ਪ੍ਰਿੰਟ ਕਰਦੇ ਸਨ, ਜਿਸ ਨੂੰ ਆਮ ਵਿਅਕਤੀ ਵੱਲੋਂ ਪਛਾਣ ਕਰਨਾ ਨਾਮੁਮਕਿਨ ਸੀ। ਇਹ ਦੋਸ਼ੀ ਇਹ ਕਰੰਸੀ ਘੱਟ ਮੁੱਲ ਉੱਤੇ ਵੇਚਣ ਦੇ ਨਾਲ-ਨਾਲ ਪੈਟਰੋਲ ਪੰਪਾਂ ਤੇ ਵੱਡੇ ਸਟੋਰਾਂ ਉੱਤੇ ਖਰੀਦੋ ਫਰੋਖਤ ਲਈ ਇਸਤੇਮਾਲ ਕਰਦੇ ਸਨ। ਪਟਿਆਲਾ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਅਸੀਂ ਜਿਹੜੀ ਆ ਮੁਹਿੰਮ ਛੇੜੀ ਹੋਈ ਹੈ। ਉਹਦੇ ਮੁਤਲਕ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ SP ਸਿਟੀ ਸਰਫਰਾਜ਼ ਆਲਮ, DSP ਸਿਟੀ 1 ਸੰਜੀਵ ਸਿੰਗਲਾ ਜੀ, SHO ਕੋਤਵਾਲੀ ਪਟਿਆਲਾ ਸੁਖਵਿੰਦਰ ਤੇ SHO ਤ੍ਰਿਪੜੀ ਪ੍ਰਦੀਪ ਬਾਜਵਾ, ਇਹਨਾਂ ਦੀ ਟੀਮ ਨੇ ਇੱਕ ਜਿਹੜੀ ਆ ਇਹ ਜਾਲੀ ਕਰੰਸੀ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ। ਇਹਦੇ 'ਚ ਵੇਖਣ ਵਾਲੀ ਗੱਲ ਇਹ ਆ ਕਿ ਇਹ ਪਹਿਲਾਂ ਵੀ ਅੰਬਾਲੇ ਇਹਨਾਂ ਬੰਦਿਆਂ ਤੇ ਇੱਕ ਮੁਕੱਦਮਾ ਦਰਜ ਆ। ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ 23 ਨੰਬਰ ਮੁਕੱਦਮਾ ਕੋਤਵਾਲੀ ਪਟਿਆਲਾ ਦਾ, ਐਂਡ ਸਾਨੂੰ 8,40,000 ਰੁਪਈਆ ਜਿਹੜੀ ਜਾਲੀ ਇੰਡੀਅਨ ਕਰੰਸੀ ਆ ਉਹ ਬਰਾਮਦ ਹੋਈ ਹੈ। ਵੇਖਣ ਵਾਲੀ ਗੱਲ ਇਹ ਵੀ ਆ ਕਿ ਤਰੀਕਾ ਵਾਰਦਾਤ ਇਹਨਾਂ ਦਾ ਇਹ ਸੀਗਾ ਕਿ ਬੜੇ ਵਧੀਆ ਕੁਆਲਿਟੀ ਦੇ ਪ੍ਰਿੰਟਰ, ਸੌਫਟਵੇਅਰ, ਬੜੇ ਵਧੀਆ ਕੁਆਲਿਟੀ ਦੇ ਈਵਨ ਪੇਪਰ ਜਿਹੜੇ ਆ ਜਿਨ੍ਹਾਂ ਤੇ ਜਾਲੀ ਨੋਟ ਇਹਨਾਂ ਨੇ ਪ੍ਰਿੰਟ ਕੀਤੇ ਆ, ਉਹ ਪੇਪਰ ਵੀ ਬਾਹਰ ਦੇ ਮੁਲਕ ਤੋਂ ਇਹਨਾਂ ਨੇ ਆਨਲਾਈਨ ਇੰਪੋਰਟ ਕਰਾਏ ਸੀ। ਉਸ ਤੋਂ ਬਾਅਦ ਜਦੋਂ ਆਪਾਂ ਇਹ ਨੋਟ ਵੇਖੀਏ ਬਿਲਕੁਲ ਹੀ ਅਸਲੀ ਇਹ ਨੋਟ ਲੱਗਦੇ ਤੇ ਇਹ ਕਦੀ ਉਹਨਾਂ ਨੂੰ ਪੈਟਰੋਲ ਪੰਪ ਤੇ ਵਰਤ ਲੈਂਦੇ ਸੀ, ਕਦੀ ਕਿਸੇ ਢਾਬੇ ਤੇ ਵਰਤ ਲੈਂਦੇ ਸੀ। ਕੁਝ ਜਾਣਿਆਂ ਨੂੰ ਇਹਨਾਂ ਨੇ ਉਹ ਨੋਟ ਅੱਗੇ ਵੇਚੇ ਵੀ ਹੈਗੇ। ਇਹਦੇ 'ਚ ਅਸੀਂ 3 ਦੋਸ਼ੀ ਜਿਹੜੇ ਆ ਉਹ ਰਾਉਂਡ ਅਪ ਕੀਤੇ ਆ। ਉਹਨਾਂ 'ਚੋਂ ਹਰਪ੍ਰੀਤ ਸਿੰਘ ਜਿਹੜਾ ਮੇਨ ਅਕਿਊਜ਼ਡ ਹੈਗਾ, ਇੱਕ ਗੌਤਮ ਕੁਮਾਰ ਹੈਗਾ ਆ, ਇੱਕ ਕ੍ਰਿਸ਼ਨਾ ਹੈਗਾ ਆ। ਇਹ ਜੱਟਾਂਵਾਲਾ ਚੌਂਤਰਾ, ਡੋਗਰਾ ਮੁਹੱਲਾ ਅਤੇ ਮਾਲਵਾ ਕਲੋਨੀ ਪਟਿਆਲਾ ਦੇ ਰਹਿਣ ਵਾਲੇ ਨੇ। ਪਿਛਲੇ ਦਿਨੀ ਅੰਮ੍ਰਿਤਸਰ ਵਿੱਚ ਵਕੀਲ ਵਨੀਤ ਮਹਾਜਨ ਵੱਲੋਂ ਵਾਰਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਵਿੱਚ ਅੱਜ ਵਨੀਤ ਮਹਾਜਨ ਦਾ ਭਰਾ ਅਤੇ ਉਹਨਾਂ ਦੀ ਮਾਤਾ ਵੀ ਮੀਡੀਆ ਸਾਹਮਣੇ ਆਏ ਨੇ ਤੇ ਉਹਨਾਂ ਨੇ ਦੱਸਿਆ ਕਿ ਵਨੀਤ ਮਹਾਜਨ ਨੂੰ ਘਰ ਤੋਂ ਬੇਦਖਲ ਕੀਤਾ ਹੋਇਆ ਹੈ ਤੇ ਉਹਨਾਂ ਨੇ ਕਿਹਾ ਕਿ ਵਨੀਤ ਮਹਾਜਨ ਨੇ 2 ਵਿਆਹ ਕਰਵਾਉਣ ਦੇ ਬਾਵਜੂਦ ਵੀ ਤੀਸਰੀ ਔਰਤ ਰੱਖੀ ਹੋਈ ਹੈ। ਵਨੀਤ ਮਹਾਜਨ ਦੀ ਮਾਤਾ ਨੇ ਕਿਹਾ ਹੈ ਕਿ ਪ੍ਰਾਪਰਟੀ ਨੂੰ ਲੈ ਕੇ ਘਰ ਦੇ ਵਿੱਚ ਉਹਨਾਂ ਦਾ ਅਕਸਰ ਹੀ ਕਲੇਸ਼ ਚੱਲਦਾ ਸੀ, ਜਿਸ ਤੋਂ ਬਾਅਦ ਵਿੱਚ ਵਨੀਤ ਨੂੰ ਬੇਦਖਲ ਕਰ ਦਿੱਤਾ ਗਿਆ ਸੀ। ਮੈਂ ਵਨੀਤ ਮਹਾਜਨ ਦਾ ਛੋਟਾ ਬ੍ਰਦਰ ਹਾਂ ਤੇ ਇਹ ਮੇਰੇ ਮਦਰ ਨੇ ਉਹਨਾਂ ਦੇ। ਅੱਜ ਦੀ ਪ੍ਰੈਸ ਕਾਨਫਰੰਸ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਵਨੀਤ ਮਹਾਜਨ ਨੇ ਅੱਜ ਤੋਂ 3 ਦਿਨ ਪਹਿਲਾਂ CP ਸਾਹਿਬ ਨੂੰ, ਮਾਨਯੋਗ CP ਸਾਹਿਬ ਨੂੰ ਇੱਕ ਕੰਪਲੇਂਟ ਦਿੱਤੀ ਸੀਗੀ ਭਾਈ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਦੇ ਖਿਲਾਫ ਕਿ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਏ। ਮੈਂ ਇਸ ਵਿੱਚ ਤੁਹਾਨੂੰ ਕੁਝ ਚੀਜ਼ਾਂ ਤੇ ਰੋਸ਼ਨੀ ਪਾਉਣਾ ਚਾਹੁੰਦਾ ਕਿ ਇਸ ਪਿੱਛੇ ਉਹਦਾ ਕੀ ਮਤਲਬ ਹੈ, ਉਹ ਇਹ ਕਿਉਂ ਕਰ ਰਿਹਾ। ਦੇਖੋ, ਜਿਸ ਬੰਦੇ ਨੇ ਆਪਣੇ ਢਿੱਡੋਂ ਜੰਮਣ ਵਾਲੀ ਮਾਂ ਦੀ ਤੇ ਕਦੀ ਇੱਜ਼ਤ ਨਹੀਂ ਕੀਤੀ, ਉਹਨਾਂ ਦੇ ਉੱਪਰ ਝੂਠੇ ਕੇਸ ਪਾ ਰਿਹਾ ਸਿਰਫ ਪ੍ਰਾਪਰਟੀ ਲਈ। ਹਾਰ ਕੇ ਸਾਡੇ ਮਦਰ ਨੇ ਇੰਨੇ ਕੁ ਜ਼ਿਆਦਾ ਦੁਖੀ ਹੋ ਗਏ, ਉਹਨਾਂ ਨਾਲ ਰੋਜ਼ ਮਤਲਬ ਗਾਲੀ ਗਲੋਚ, ਮਾੜਾ ਚੰਗਾ ਬੋਲਣਾ, ਰੋਜ਼ ਉਹਨਾਂ ਨੂੰ ਥ੍ਰੈਟ ਕਰਨਾ, ਮੈਂ ਤੁਹਾਡੇ ਤੇ ਪਰਚੇ ਕਰਾ ਦੂੰਗਾ, ਮੈਂ ਤੇਰੇ ਮੁੰਡਿਆਂ ਦੇ ਪਰਚੇ ਕਰਾ ਦੂੰਗਾ। ਮੇਰਾ ਇੱਕ ਬ੍ਰਦਰ ਛੋਟਾ ਜਿਹੜਾ ਬਾਹਰ ਰਹਿੰਦਾ UK, ਉਹਦੇ ਨਾਲ ਵੀ ਫੋਨ ਕਰਕੇ ਕਿ ਰਿਟਨ ਦੇ ਵਿੱਚ ਉਹਨੇ ਮੈਸੇਜ ਭੇਜੇ ਉਹਨੂੰ। ਉਹ ਵਿਚਾਰਾ ਇੰਡੀਆ ਨਹੀਂ ਆ ਪਾ ਰਿਹਾ, ਇਸੇ ਚੱਕਰ 'ਚ ਕਹਿੰਦਾ ਮੈਂ ਵਕੀਲ ਹਾਂ, ਤੂੰ ਇੰਡੀਆ ਆ ਤੇ ਦੇਖ ਮੈਂ ਤੇਰਾ ਕਰਦਾ ਕੀ। ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਔਨ ਰਾਈਟ ਪ੍ਰੂਫ ਦੇ ਉੱਪਰ ਦਾਂਗਾ। ਇਸ ਗੱਲ ਤੋਂ ਤੰਗ ਆ ਕੇ ਸਾਡੇ ਮਦਰ ਨੇ ਉਹਨੂੰ ਬੇਦਖਲ ਕੀਤਾ, ਪ੍ਰਾਪਰਟੀ ਤੋਂ ਅਖਬਾਰ ਦੇ ਵਿੱਚ ਕਢਵਾਇਆ। ਇਸ ਤੋਂ ਬਾਅਦ ਉਹਨੇ ਸਾਡੇ ਮੇਰੇ ਤੇ ਮੇਰੇ ਮਦਰ ਦੇ ਉੱਪਰ ਉਹਨੇ ਝੂਠੇ ਫਾਲਸ ਕੇਸਿਸ ਪਾਏ। ਹੁਣ ਮੈਂ ਤੁਹਾਨੂੰ ਉਸ ਗੱਲ ਤੇ ਆਉਣਾ ਚਾਹੁੰਦਾ ਕਿ ਇਹਨੇ ਭਾਈ ਅੰਮ੍ਰਿਤਪਾਲ ਹੁਣਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕਿਉਂ ਕੀਤੀ। 16/1/2023 ਨੂੰ ਮਾਨਯੋਗ CP ਅੰਮ੍ਰਿਤਸਰ ਵੱਲੋਂ ਇੱਕ ਇਹਦੀ ਸਿਕਿਉਰਿਟੀ ਦੀ ਵੈਰੀਫਿਕੇਸ਼ਨ ਕਰਕੇ ਇੱਕ ਇੱਥੋਂ ਰਿਪੋਰਟ ਭੇਜੀ ਜਾਂਦੀ ਹੈ, ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ 2020 ਤੋਂ ਬਾਅਦ ਵਨੀਤ ਮਹਾਜਨ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਥ੍ਰੈਟ ਨਹੀਂ ਪਾਇਆ ਜਾਂਦਾ। ਇਸ ਕਰਕੇ ਇਹਦੀ ਸਿਕਿਉਰਿਟੀ ਜਿਹੜੀ ਹੈ ਕਿ ਵਾਪਸ ਲੈ ਲੈਣੀ ਚਾਹੀਦੀ ਹੈ।
ਸੀਪੀ ਅੰਮ੍ਰਿਤਸਰ ਨੇ ਇਹ ਜਿਹੜੀ ਹੈ 16/1 ਨੂੰ ਰਿਪੋਰਟ ਭੇਜੀ ਹੈ ਤੇ 30 ਤਰੀਕ ਨੂੰ ਇਹਨੂੰ ਇਹੋ ਜਿਹਾ ਮਾਤਾ ਰਾਣੀ ਨਾਲ ਪਿਆਰ ਜਾਗ ਪੈਂਦਾ ਕਿ ਸਿਰਫ ਤੇ ਸਿਰਫ ਉਹਦਾ ਮੁੱਦਾ ਸਿਕਿਉਰਿਟੀ ਹੈ। ਅੱਜ ਉਹ ਬੰਦਾ ਇਹ ਵੀ ਨਹੀਂ ਸੋਚ ਰਿਹਾ ਕਿ ਇਸ ਚੀਜ਼ ਦੇ ਪਿੱਛੇ ਸਾਡੇ ਪੰਜਾਬ ਦੀਆਂ ਭਾਵਨਾਵਾਂ ਕਿੱਥੇ ਜਾ ਰਹੀਆਂ, ਸਾਡੇ ਹਿੰਦੂ ਸਿੱਖ ਭਾਈਚਾਰੇ ਨੂੰ ਖਤਰਾ ਪਹੁੰਚ ਰਿਹਾ। ਸਿਰਫ ਤੇ ਸਿਰਫ ਇਸ ਬੰਦੇ ਨੂੰ ਆਪਣੀ ਸਿਕਿਉਰਿਟੀ ਨਾਲ ਮਤਲਬ ਹੈ। ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੈਰੋਲ ਰੱਦ ਕਰਨ ਵਾਲੀ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵਾਪਸ ਲੈ ਲਈ ਗਈ ਹੈ। ਸ਼੍ਰੋਮਣੀ ਕਮੇਟੀ ਦੀ ਪਟੀਸ਼ਨ ਉੱਤੇ ਹਾਈ ਕੋਰਟ ਨੇ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਇਹ ਪਟੀਸ਼ਨ ਵਾਪਸ ਲੈ ਲਈ ਗਈ ਹੈ। ਉਧਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਟੀਸ਼ਨ ਵਿਚਲੀਆਂ ਕਮੀਆਂ ਨੂੰ ਦੂਰ ਕਰਕੇ ਨਵੀਂ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਜਨਵਰੀ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ। ਫਿਲਹਾਲ ਡੇਰਾ ਮੁਖੀ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਬਰਨਾਵਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ ਵਿੱਚ ਰਹਿ ਰਿਹਾ ਹੈ। ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਜਦੋਂ ਕਿ 2023 ਵਿੱਚ ਆਪਣਾ ਬਜਟ ਪਾਸ ਕੀਤਾ ਗਿਆ, ਉਸ ਤੋਂ ਬਾਅਦ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਹੀ ਇਸ ਬਜਟ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਸਰੇ ਪਾਸੇ ਭਾਜਪਾ ਵੱਲੋਂ ਇਸ ਬਜਟ ਨੂੰ ਇੱਕ ਵਧੀਆ ਬਜਟ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦੇ ਅੱਜ ਭਾਰਤੀ ਜਨਤਾ ਪਾਰਟੀ ਦੇ ਨੇਤਾ ਜ਼ਫਰ ਇਸਲਾਮ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਦੇਸ਼ ਦੀ ਵਿੱਤ ਮੰਤਰੀ ਵੱਲੋਂ ਜੋ ਬਜਟ ਪਾਸ ਕੀਤਾ ਗਿਆ ਹੈ, ਉਸ ਨੂੰ 2027 ਨੂੰ ਧਿਆਨ ਵਿੱਚ ਰੱਖ ਕੇ ही किया गया है। जैसा आप सभी लोग जानते हैं, आदरणीय प्रधानमंत्री जी ने कितनी बार और कई बार इस बात का उल्लेख किया है कि अमृत काल शुरू हो गया है। और अमृत काल के लिए जो सबसे ज़्यादा हमारी जो चिंता है और कोशिश जो हमारे प्रधानमंत्री जी की है कि 2047 तक हमें विकसित देशों के सूची में आना है। विकसित देशों की सूची में आने के लिए आज से उसकी तैयारियां जो शुरू हो गई है। अमृत काल का पहला बजट है और उस बजट का जो विजन था, वो विजन सबसे पहला विजन जो यही था कि एक ऐसा समावेशी और जो जिसमें अर्थव्यवस्था मजबूत अर्थव्यवस्था वाली जो है हमारे सरकार और हमारा देश रहे, जिसमें नॉलेज का भरपूर योगदान हो देश को आगे बढ़ाने के लिए, स्किल्स का बहुत बड़ा स्किल डेवलपमेंट का बहुत बड़ा योगदान हो और जो देश की अर्थव्यवस्था बहुत मजबूत हो। ये इसका जो बेसिक विजन है। ਇਹ ਸੀ ਹੁਣ ਤੱਕ ਦੀਆਂ ਅਹਿਮ ਖਬਰਾਂ। ਹੋਰ ਨਵੀਆਂ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।